70-75 ਸਾਲਾਂ 'ਚ ਜਿਹੜਾ ਉਹਨਾਂ ਨੇ ਵਿਕਾਸ ਕੀਤਾ ਉਹ ਸਾਨੂੰ ਸਭ ਨੂੰ ਦਿਖਾਈ ਦੇ ਰਿਹਾ। ਆ ਵੀ ਤੁਸੀਂ ਦੇਖ ਰਹੇ ਹੋ ਸਾਈਡ ਤੇ ਜੋ ਸੜਕਾਂ ਦੇ ਉੱਤੇ ਜੋ ਪਾਣੀ ਖੜਾ ਹੈ। ਸੋ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਤਾਂ ਮੁਹੱਈਆ ਨਹੀਂ ਕਰਵਾ ਸਕੇ ਲੋਕੀ। ਹਜੇ ਤੱਕ ਇਹਨਾਂ ਤੋਂ ਗਲੀਆਂ ਨਹੀਂ ਬਣੀਆਂ, ਸੜਕਾਂ ਨਹੀਂ ਬਣੀਆਂ ਚੰਗੀਆਂ, ਤੇ ਨਾਲੀਆਂ ਨਹੀਂ ਇਹਨਾਂ ਤੋਂ ਬਣੀਆਂ, ਤੇ ਹੋਰ ਅਸੀਂ ਇਹਨਾਂ ਤੋਂ ਕੀ ਉਮੀਦ ਕਰਦੇ ਆ ਕਿ ਕੀ ਹੋਏਗਾ। ਸਾਡੇ ਸਕੂਲਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਕਾਂਗਰਸ ਆ ਸੋਨੂ ਸੂਦ ਦਾ ਵੱਡਾ ਚਿਹਰਾ, ਸਮਾਜ ਸੇਵੀ ਮੰਨੇ ਜਾਂਦੇ ਆ। ਇੱਕ ਪਾਸੇ ਡਾਕਟਰ ਅਮਨਦੀਪ ਕੌਰ ਆ। ਕਿਵੇਂ ਲੱਗਦਾ ਹੈ, ਕਿਸ ਤਰ੍ਹਾਂ ਦੇ ਨਾਲ ਮੁਕਾਬਲਾ ਕਰ ਰਹੇ ਹੋ? ਕਿਉਂਕਿ ਉਹ ਕਹਿੰਦੇ ਜਿੱਦੇ ਅਸੀਂ ਜਿੱਤ ਗਏ ਪਹਿਲੇ ਦਿਨ ਹੀ ਹਸਪਤਾਲ ਦਾ ਨੀਂਹ ਪੱਥਰ ਰੱਖ ਦਿਆਂਗੇ। ਕਿ ਜਿਹੜੀਆਂ ਤਾੜੀਆਂ ਸਾਡੇ ਲਈ ਮਰਵਾਈਆਂ ਗਈਆਂ ਸੀਗੀਆਂ, ਲੋਕੀ ਬਾਹਰ ਨਿਕਲ ਕੇ ਡਾਕਟਰਾਂ ਲਈ ਤਾੜੀਆਂ ਮਾਰ ਰਹੇ ਸੀ, ਉਹ ਸ਼ਾਇਦ ਇਸੇ ਲਈ ਸੀ ਕਿਉਂਕਿ ਅਸੀਂ ਸੀਗੇ ਜਿਹੜੀ ਆਪਣੀ ਜਾਨ ਤੇ ਖੇਡ ਕੇ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸੀਗੇ। ਤਾਂ ਕੋਈ ਫਰਕ ਨਹੀਂ ਪੈਂਦਾ ਕਿ ਮੇਰੇ ਸਾਹਮਣੇ ਕੌਣ ਹੈ, ਕਿਉਂਕਿ ਸਾਡੀ ਲੜਾਈ ਹੈਗੀ ਹੈ ਜਿਹੜੀ ਗੰਦੀ ਸੱਤਾ ਦੇ ਨਾਲ ਹੈ, ਗੰਦੀ ਰਾਜਨੀਤੀ ਦੇ ਨਾਲ ਹੈ। ਕਿ 25 ਕਰੋੜ ਰੁਪਈਆ ਉਹਨਾਂ ਨੂੰ ਆਫਰ ਦਿੱਤਾ ਗਿਆ ਸੀਗਾ, ਤੇ ਉਹ ਆਪਣੇ ਕਿਸੇ ਦੋਸਤ ਦੇ ਨਾਲ ਗੱਲ ਕਰ ਰਹੇ, ਉਹਨਾਂ ਦੇ ਦੋਸਤ ਉਹਨਾਂ ਨੂੰ ਕਹਿ ਰਿਹਾ ਕਿ ਸਾਨੂੰ ਉਸੇ ਦਿਨ ਪਤਾ ਚੱਲ ਗਿਆ ਸੀ ਕਿ ਤੂੰ ਗਦਾਰ ਨਿਕਲੇਂਗਾ ਤੇ ਤੂੰ ਗਦਾਰੀ ਕਰੇਂਗਾ ਪਾਰਟੀ ਦੇ ਨਾਲ। ਉਹ ਤਾਂ ਫਿਰੋਜ਼ਪੁਰ ਦੇ ਲੋਕਾਂ ਨੂੰ ਤੇ ਮੋਗੇ ਦੇ ਬੱਚੇ ਨੂੰ ਪਤਾ ਕਿੰਨੇ ਕੁ ਸ਼ਰੀਫ ਨੇ ਉਹ। ਆਮ ਆਦਮੀ ਪਾਰਟੀ ਦੇ ਨਾਲ ਮੈਂ ਕੋਈ ਟਿਕਟ ਦੇ ਨਾਲ ਲਈ ਨਹੀਂ ਸੀ ਜੁੜੀ, ਮੈਂ ਉਹਨਾਂ ਦੀ ਆਈਡੀਓਲੋਜੀ ਦੇਖ ਕੇ ਜੁੜੀ ਸੀਗੀ। ਤੁਸੀਂ ਜੁੜ ਚੁੱਕੇ ਹੋ D5 ਚੈਨਲ ਪੰਜਾਬੀ ਦੇ ਨਾਲ, ਤੇ ਮੈਂ ਹਾਂ ਚਮਕੌਰ ਸਿੰਘ ਲੋਕੋ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਚੋਣਾਂ ਨੂੰ ਲੈ ਕੇ ਸਾਰੇ ਉਮੀਦਵਾਰ ਜਿਹੜੇ ਆਪੋ ਆਪਣਾ ਪ੍ਰਚਾਰ ਹਰ ਇੱਕ ਘਰ ਤੱਕ ਪਹੁੰਚਾ ਰਹੇ ਨੇ ਕਿ ਅਸੀਂ ਕੀ ਕਰਾਂਗੇ। ਸੋ ਜੇ ਦੇਖਿਆ ਜਾਵੇ, ਪਹਿਲਾਂ ਤ੍ਰਿਕੋਣੀ ਟੱਕਰ ਹੁੰਦੀ ਸੀ, ਇਸ ਵਾਰ ਭਾਜਪਾ ਦੇ ਉਮੀਦਵਾਰ ਵੀ ਨੇ, ਕਿਸਾਨਾਂ ਨੇ ਵੀ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ। ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਪੂਰੀ ਪੱਬਾਂ ਭਾਰ ਆ। ਸੋ ਆਪਣੇ ਨਾਲ ਅੱਜ ਮੋਗਾ ਸੀਟ ਤੋਂ ਜਿੱਥੇ ਬੜੇ ਫਸਵੇਂ ਮੁਕਾਬਲੇ ਹੋ ਰਹੇ ਨੇ, ਤੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਟੱਕਰ ਮੰਨੀ ਜਾ ਰਹੀ ਹੈ। ਆਪਣੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਡਾਕਟਰ ਅਮਨਦੀਪ ਕੌਰ ਅਰੋੜਾ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਮੈਂ। ਸਤਿ ਸ਼੍ਰੀ ਅਕਾਲ ਜੀ। D5 ਚੈਨਲ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਪਹਿਲਾ ਜੀ ਮੇਰਾ ਇਹੀ ਸਿੱਧਾ ਸਵਾਲ ਆ ਕਿ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਬਹੁਤ ਵਿਕਾਸ ਕੀਤਾ ਹੈ, ਕਾਂਗਰਸ ਵਾਲੇ ਕਹਿੰਦੇ ਅਸੀਂ ਬਹੁਤ ਕੰਮ ਕਰਵਾਏ ਆ। ਤੁਸੀਂ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋ। ਜੇ ਮੋਗਾ ਹਲਕੇ ਦੇ ਲੋਕ ਵੋਟ ਪਾਉਣਗੇ, ਕਿਉਂ ਪਾਉਣ? ਤੁਹਾਡੇ ਕੋਲੇ ਇਹੋ ਜਿਹਾ ਕੀ ਪ੍ਰੋਗਰਾਮ ਆ ਜਿਹਦੇ ਕਰਕੇ ਤੁਹਾਨੂੰ ਵੋਟ ਦੇਣ? ਉਹ ਸਭ ਤੋਂ ਪਹਿਲਾਂ ਤਾਂ ਸਰ ਆਪਾਂ ਨੂੰ ਸਭ ਨੂੰ ਪਤਾ ਕਿ ਪਿਛਲੇ 70-75 ਸਾਲਾਂ ਤੋਂ ਦੋ ਰਵਾਇਤੀ ਪਾਰਟੀਆਂ ਪੰਜਾਬ ਦੀ ਸੱਤਾ ਹਟਾਉਂਦੀਆਂ ਆਈਆਂ ਨੇ, ਅਕਾਲੀ ਦਲ ਤੇ ਕਾਂਗਰਸ। ਅਕਾਲੀ ਦਲ ਤੇ BJP ਦਾ ਗੱਠਜੋੜ ਸੀਗਾ, ਸੋ ਮਿਲ ਕੇ ਚੋਣ ਲੜਦੀਆਂ ਸੀਗੀਆਂ। 70-75 ਸਾਲਾਂ 'ਚ ਜਿਹੜਾ ਉਹਨਾਂ ਨੇ ਵਿਕਾਸ ਕੀਤਾ ਉਹ ਸਾਨੂੰ ਸਭ ਨੂੰ ਦਿਖਾਈ ਦੇ ਰਿਹਾ। ਆ ਵੀ ਤੁਸੀਂ ਦੇਖ ਰਹੇ ਹੋ ਸਾਈਡ ਤੇ ਜੋ ਸੜਕਾਂ ਦੇ ਉੱਤੇ ਜੋ ਪਾਣੀ ਖੜਾ ਹੈ। ਸੋ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਤਾਂ ਮੁਹੱਈਆ ਨਹੀਂ ਕਰਵਾ ਸਕੇ ਲੋਕੀ। ਸਾਡੀ ਸੀਵਰੇਜ ਨਹੀਂ ਠੀਕ ਕਰਵਾ ਸਕੇ। ਹਜੇ ਤੱਕ ਸਾਡੇ ਲੋਕੀ ਜਿਹੜੇ ਹੈਗੇ ਆ ਗਲੀਆਂ ਸੜਕਾਂ ਤੱਕ ਹੀ ਇਹਨਾਂ ਨੇ ਸੀਮਤ ਕੀਤੇ ਹੋਏ ਆ। ਹਜੇ ਤੱਕ ਇਹਨਾਂ ਤੋਂ ਗਲੀਆਂ ਨਹੀਂ ਬਣੀਆਂ, ਸੜਕਾਂ ਨਹੀਂ ਬਣੀਆਂ ਚੰਗੀਆਂ, ਤੇ ਨਾਲੀਆਂ ਨਹੀਂ ਇਹਨਾਂ ਤੋਂ ਬਣੀਆਂ, ਤੇ ਹੋਰ ਅਸੀਂ ਇਹਨਾਂ ਤੋਂ ਕੀ ਉਮੀਦ ਕਰਦੇ ਆ ਕਿ ਕੀ ਹੋਏਗਾ। ਸਾਡੇ ਸਕੂਲਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਸਾਡੇ ਸਰਕਾਰੀ ਹਸਪਤਾਲਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਤੇ ਰੋਜ਼ਗਾਰ ਨਾਮ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਗੀ। ਜਦੋਂ ਵਾਰਡ ਦੇ ਵਿੱਚ ਜਾਂਦੇ ਹਾਂ ਡੋਰ ਟੂ ਡੋਰ, ਤਾਂ ਫੈਮਿਲੀ ਦੇ ਵਿੱਚ 5-6 ਪਰਿਵਾਰਕ ਮੈਂਬਰ ਇੱਦਾਂ ਦੇ ਹੁੰਦੇ ਆ ਜਿਹੜੇ MA ਕਰਕੇ ਬੈਠੇ ਆ, ਜਿਨ੍ਹਾਂ ਨੇ M.Tech ਕੀਤੀ ਹੋਈ ਆ, B.Tech ਕੀਤੀ ਹੋਈ ਆ, ਲੇਕਿਨ ਨੌਕਰੀਆਂ ਹੈ ਨਹੀਂ, ਸਾਰੇ ਘਰੇ ਵਿਹਲੇ ਬੈਠੇ ਆ। ਸੋ ਜਿੰਨੀ ਡਿਵੈਲਪਮੈਂਟ ਹੈ, ਅਗਰ ਇਹ ਕਹਿ ਰਹੇ ਆ ਕਿ ਇਹਨਾਂ ਨੇ ਕੀਤੀ ਆ ਅਕਾਲੀ ਦਲ ਤੇ ਕਾਂਗਰਸੀਆਂ ਨੇ, ਸੋ ਮੈਨੂੰ ਲੱਗਦਾ ਇਹਨਾਂ ਦੇ ਖੁਦ ਦੇ ਘਰਾਂ ਦੇ ਵਿੱਚ ਹੀ ਹੋਈ ਆ, ਉਹ ਬਾਹਰ ਆਮ ਲੋਕਾਂ ਦੇ ਵਿੱਚ ਨਹੀਂ ਹੋਈ ਹੈਗੀ। ਠੀਕ ਹੈ। ਜੇ ਦੇਖਿਆ ਜਾਵੇ ਜੀ, ਕਾਂਗਰਸ ਆ ਸੋਨੂ ਸੂਦ ਦਾ ਵੱਡਾ ਚਿਹਰਾ, ਸਮਾਜ ਸੇਵੀ ਮੰਨੇ ਜਾਂਦੇ ਆ। ਇੱਕ ਪਾਸੇ ਡਾਕਟਰ ਅਮਨਦੀਪ ਕੌਰ ਆ। ਕਿਵੇਂ ਲੱਗਦਾ ਹੈ, ਕਿਸ ਤਰ੍ਹਾਂ ਦੇ ਨਾਲ ਮੁਕਾਬਲਾ ਕਰ ਰਹੇ ਹੋ? ਕਿਉਂਕਿ ਉਹ ਕਹਿੰਦੇ ਜਿੱਦੇ ਅਸੀਂ ਜਿੱਤ ਗਏ ਪਹਿਲੇ ਦਿਨ ਹੀ ਹਸਪਤਾਲ ਦਾ ਨੀਂਹ ਪੱਥਰ ਰੱਖ ਦਿਆਂਗੇ। ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ? ਲੋਕ ਕੀ ਕਹਿ ਰਹੇ? ਜਿਹੜਾ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਉਹਦਾ ਜਵਾਬ ਤੁਸੀਂ ਖੁਦ ਹੀ ਦੇਤਾ ਜਦੋਂ ਤੁਸੀਂ ਮੈਨੂੰ ਕਿਹਾ ਕਿ ਡਾਕਟਰ ਅਮਨਦੀਪ ਕੌਰ। ਡਾਕਟਰੀ ਪੇਸ਼ਾ ਹੈ, ਤੇ ਸ਼ੁਰੂ ਤੋਂ ਲੋਕਾਂ ਦੀ ਜਾਨ ਹੀ ਬਚਾਉਂਦੇ ਆਏ ਆ। ਤੇ ਇਹਦੇ ਲਈ ਅਗਰ ਕਰੋਨਾ ਦੇ ਵਿੱਚ ਸਭ ਤੋਂ ਜ਼ਿਆਦਾ ਕੀਤਾ ਸੀਗਾ ਤਾਂ ਆਈ ਥਿੰਕ ਕਿ ਅਸੀਂ ਡਾਕਟਰ ਹੀ ਸੀਗੇ। ਅਸੀਂ ਲੋਕਾਂ ਦੀ ਜਾਨ ਬਚਾ ਰਹੇ ਸੀਗੇ ਉਸ ਵਕਤ, ਸਮਾਜ ਸੇਵਾ ਵੀ ਕੀਤੀ ਹੈ। ਤੇ ਇਸ ਕਰਕੇ ਅਸੀਂ ਤੁਸੀਂ ਭੁੱਲ ਗਏ ਹੋਵੋਗੇ ਕਿ ਜਿਹੜੀਆਂ ਤਾੜੀਆਂ ਸਾਡੇ ਲਈ ਮਰਵਾਈਆਂ ਗਈਆਂ ਸੀਗੀਆਂ, ਲੋਕੀ ਬਾਹਰ ਨਿਕਲ ਕੇ ਡਾਕਟਰਾਂ ਲਈ ਤਾੜੀਆਂ ਮਾਰ ਰਹੇ ਸੀ, ਉਹ ਸ਼ਾਇਦ ਇਸੇ ਲਈ ਸੀ ਕਿਉਂਕਿ ਅਸੀਂ ਸੀਗੇ ਜਿਹੜੀ ਆਪਣੀ ਜਾਨ ਤੇ ਖੇਡ ਕੇ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸੀਗੇ ਤੇ ਉਹਨਾਂ ਦੀ ਜਾਨ ਬਚਾ ਰਹੇ ਸੀਗੇ।
ਤੇ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਹੈ ਕਿ ਮੇਰੇ ਸਾਹਮਣੇ ਕੌਣ ਹੈ, ਸੋ ਮੈਨੂੰ ਉਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰੇ ਸਾਹਮਣੇ ਕੌਣ ਹੈ, ਕਿਉਂਕਿ ਸਾਡੀ ਲੜਾਈ ਹੈਗੀ ਹੈ ਜਿਹੜੀ ਗੰਦੀ ਸੱਤਾ ਦੇ ਨਾਲ ਹੈ, ਗੰਦੀ ਰਾਜਨੀਤੀ ਦੇ ਨਾਲ ਹੈ। ਕਿਉਂਕਿ ਅਸੀਂ ਮੁੱਦਿਆਂ ਤੇ ਗੱਲ ਕਰਦੇ ਆ, ਅਸੀਂ ਕਿਸੇ ਦਾ ਕੂੜ ਪ੍ਰਚਾਰ ਕਰਕੇ ਜਾਂ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਸਾਨੂੰ ਬਹੁਤ ਵੱਡੇ ਵੱਡੇ ਫੰਡਸ ਨਹੀਂ ਆਉਂਦੇ ਪਾਰਟੀਆਂ ਵੱਲੋਂ 25 ਕਰੋੜ ਆ ਗਿਆ ਜੀ ਜਾਂ 5 ਕਰੋੜ ਆ ਗਿਆ, 10 ਕਰੋੜ ਆ ਗਿਆ। ਅਸੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਆਪਣਾ ਪ੍ਰਚਾਰ ਕਰਦੇ ਆ। ਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੇਰੇ ਸਾਹਮਣੇ ਕੌਣ ਖੜਾ, ਅਸੀਂ ਜਸਟ ਉਸ ਸਿਸਟਮ ਦੇ ਨਾਲ ਲੜਾਈ ਲੜ ਰਹੇ ਹਾਂ। ਮੈਡਮ ਜੀ ਤੁਸੀਂ ਕਹਿੰਦੇ ਵੀ ਉਹਨਾਂ ਨੂੰ ਦੂਜੀਆਂ ਪਾਰਟੀਆਂ ਨੂੰ ਵੱਡੇ ਫੰਡ ਆਉਂਦੇ, ਕਿਸੇ ਨੂੰ 25 ਕਰੋੜ ਆ ਗਿਆ, ਕਿਸੇ ਨੂੰ ਕਿੰਨਾ। ਅਸੀਂ ਮਿਹਨਤ ਦੀ ਕਮਾਈ ਦੇ ਨਾਲ ਚੋਣ ਲੜ ਰਹੇ ਹਾਂ ਜੀ। ਦੂਜੇ ਪਾਸੇ ਇੱਕ ਡਾਕਟਰ ਆ, ਉਹ ਵੀ ਡਾਕਟਰ ਦੀ ਗੱਲ ਤੁਸੀਂ ਕੀਤੀ ਹੈ ਵੀ ਅਸੀਂ ਡਾਕਟਰ ਸੀ, ਤਾੜੀਆਂ ਵੱਜੀਆਂ, ਉਹ ਵੀ ਡਾਕਟਰ ਆ। ਵੱਡੇ ਆਰੋਪ ਲਾਏ ਨੇ ਉਹਨਾਂ ਨੇ, ਕਹਿੰਦੇ ਇਹਨਾਂ ਦਾ ਟਿਕਟ ਹੀ ਮੁੱਲ ਖਰੀਦੀ ਆ, 30 40 50 ਲੱਖ ਦੇਣ ਦੀਆਂ ਗੱਲਾਂ ਹੋਈਆਂ। ਕਿੰਨੀ ਕੁ ਸੱਚਾਈ ਆ? ਇਮਾਨਦਾਰੀ ਨਾਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਦੱਸੋ। ਸਰ ਦੇਖੋ, ਸਾਡੀ ਜਿਹੜੀ ਪਾਰਟੀ ਹੈਗੀ ਆ, ਅਸੀਂ ਆਮ ਘਰਾਂ ਦੇ ਬੱਚੇ ਆ, ਸਾਨੂੰ ਇੰਨੀ ਪੋਲੀਟਿਕਸ ਤਾਂ ਆਂਦੀ ਨਹੀਂ ਗੀ। ਅਗਰ ਟਿਕਟ ਖਰੀਦੀ ਹੈ ਤਾਂ ਉਹਦੇ ਸਬੂਤ ਦੇਣ। ਜਿਹੜੇ ਲੋਕੀ ਕਹਿ ਰਹੇ ਆ ਕਿ ਟਿਕਟ ਖਰੀਦੀ ਹੈ, ਪਹਿਲਾਂ ਉਹ ਮੈਨੂੰ ਲੱਗਦਾ ਕਿ ਬੜੇ ਹੀ ਅਨਸਟੇਬਲ ਬੰਦੇ ਆ, ਕਿਉਂਕਿ ਇੱਕ ਵਾਰ ਉਹ ਮੀਡੀਆ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ, ਜਦੋਂ ਉਹਨਾਂ ਤੇ ਇਲਜ਼ਾਮ ਲਗਾਇਆ ਗਿਆ ਸੀਗਾ ਉੱਥੋਂ ਦੇ ਜਿਹੜੇ ਦੂਸਰੇ ਦਾਅਵੇਦਾਰ ਸੀਗੇ ਕਿ ਇਹਨਾਂ ਨੇ ਟਿਕਟ ਖਰੀਦੀ ਹੈ, ਉਦੋਂ ਉਹਨਾਂ ਨੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਿ ਮੈਨੂੰ ਮੇਰੀ ਮੈਰਿਟ ਦੇ ਅਕੋਰਡਿੰਗ ਟਿਕਟ ਮਿਲੀ ਹੈ। ਤੇ ਉਹਨਾਂ ਨੇ ਨਿਊਜ਼ਪੇਪਰ ਦੇ ਵਿੱਚ ਆਪਣੇ ਬਿਆਨਬਾਜ਼ੀ ਵੀ ਦਿੱਤੀ ਸੀਗੀ ਕਿ ਮੈਨੂੰ ਮੈਰਿਟ ਦੇ ਟਿਕਟ ਮਿਲੀ ਆ। ਇੱਕ ਪਾਸੇ ਉਹ ਕਹਿੰਦੇ ਆ ਕਿ ਅਸੀਂ ਗਰੀਬ ਆ, ਮੈਂ ਬਾਲੀਆਂ ਵੇਚ ਕੇ ਉਹ ਕੀਤਾ, ਦੂਸਰੇ ਪਾਸੇ ਕਹਿੰਦੇ ਆ 20 ਲੱਖ ਦੇਤਾ। ਫਿਰ ਉਹ ਕਹਿ ਰਹੇ ਆ ਕਿ 2021 ਦੇ ਵਿੱਚ 1 ਲੱਖ ਰੁਪਇਆ ਦਿੱਤਾ। ਤੇ ਫਿਰ ਅਗਰ 2022 ਦੇ ਵਿੱਚ ਉਹਨਾਂ ਨੇ 2021 ਦੇ ਐਂਡ ਦੇ ਵਿੱਚ ਅਗਰ ਉਹਨਾਂ ਨੇ 20 ਲੱਖ ਦਿੱਤਾ ਸੀ ਜਾਂ 10 ਲੱਖ ਦਿੱਤਾ ਸੀਗਾ, ਤਾਂ ਉਹਦੇ ਸਬੂਤ ਉਹਨਾਂ ਦੇ ਕੋਲ ਕਿਉਂ ਨਹੀਂ ਗਏ? ਜਿਹੜਾ ਬੰਦਾ ਇੰਨਾ ਇੰਟੈਲੀਜੈਂਟ ਹੈ, ਉਹਨੇ ਵੀਡੀਓ ਕਿਉਂ ਨਹੀਂ ਬਣਾਈ ਪੈਸੇ ਦੰਦਿਆਂ ਦੀ? ਤੇ ਅਗਰ ਉਹਨਾਂ ਨੇ 2021 ਦੇ ਵਿੱਚ 1 ਲੱਖ ਰੁਪਇਆ ਪਾਇਆ ਸੀ ਤੇ ਫਿਰ ਉਹਨਾਂ ਨੇ ਅਕਾਊਂਟ ਵਿੱਚ ਪੈਸੇ ਪਾਣੇ ਸੀ ਨਾ, ਦਿਖਾਉਂਦੇ ਹੁਣ। ਸੋ ਅਸੀਂ ਉਹਨਾਂ ਨੂੰ ਨੋਟਿਸ ਭੇਜ ਦਿੱਤਾ। ਰਿਕਾਰਡਿੰਗਾਂ ਜੀਆਂ ਜੀ ਉਹ ਬਾਕੀ ਆਪਣੇ ਨਾਲ ਹੀ ਗੱਲਬਾਤ ਹੋਈ ਆ ਬਾਈ ਜੀ ਨਾਲ, ਸਭ ਐਡੀਟਿੰਗ ਕੀਤੀ ਹੋਈ ਆ ਉਹਨਾਂ ਨੇ, ਕਿਉਂਕਿ ਉਹਨਾਂ ਦੀ ਖੁਦ ਦੀ ਰਿਕਾਰਡਿੰਗ ਆਈ ਹੈ ਕਿ ਉਹਨਾਂ ਨੂੰ 25 ਤੁਸੀਂ ਵੀ ਸੁਣੀ ਹੋਏਗੀ ਸਭ ਨੇ ਕਿ 25 ਕਰੋੜ ਰੁਪਈਆ ਉਹਨਾਂ ਨੂੰ ਆਫਰ ਦਿੱਤਾ ਗਿਆ ਸੀਗਾ। ਤੇ ਉਹ ਆਪਣੇ ਕਿਸੇ ਦੋਸਤ ਦੇ ਨਾਲ ਗੱਲ ਕਰ ਰਹੇ, ਉਹਨਾਂ ਦੇ ਦੋਸਤ ਉਹਨਾਂ ਨੂੰ ਕਹਿ ਰਿਹਾ ਕਿ ਸਾਨੂੰ ਉਸੇ ਦਿਨ ਪਤਾ ਚੱਲ ਗਿਆ ਸੀ ਕਿ ਤੂੰ ਗਦਾਰ ਨਿਕਲੇਂਗਾ ਤੇ ਤੂੰ ਗਦਾਰੀ ਕਰੇਂਗਾ ਪਾਰਟੀ ਦੇ ਨਾਲ। ਸੋ ਇਹ ਪੈਸੇ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਦੇਖ ਕੇ ਇੱਕ ਟੈਕਨੀਸ਼ੀਅਨ ਨੂੰ, ਕੈਥ ਲੈਬ ਟੈਕਨੀਸ਼ੀਅਨ ਨੂੰ ਕੋਈ ਇੰਨੇ ਪੈਸੇ ਨਹੀਂ ਜਿਹੜੇ 20,000 ਦੀ ਸੈਲਰੀ ਤੇ ਲੱਗੇ ਹੁੰਦੇ ਆ ਹਸਪਤਾਲ ਦੇ ਵਿੱਚ, ਉਹਨਾਂ ਦੇ ਕੋਲ ਪਹਿਲੀ ਤਾਂ ਗੱਲ ਇਹ ਹੈ ਕਿ ਇੰਨੇ ਪੈਸੇ ਕਿੱਥੋਂ ਆਏ। ਦੂਸਰੀ ਗੱਲ ਇਹ ਹੈ ਕਿ ਉਹ ਅਗਰ ਉਹਨਾਂ ਦੇ ਕੋਲ ਪੈਸੇ ਆਏ ਤੇ ਉਹ ਕਿੱਦਾਂ ਕਮਾਏ ਉਹਨਾਂ ਨੇ ਉਹ ਪੈਸੇ। ਸੋ ਉਹ ਵੀ ਕਰਪਸ਼ਨ ਕਰਕੇ ਹੀ ਕਮਾਏ ਆ, ਕਿਉਂਕਿ ਆਪਾਂ ਨੂੰ ਪਤਾ ਕਿ ਰੋਜ਼ ਉੱਥੇ ਧਰਨੇ ਲੱਗਦੇ ਆ ਉਹਨਾਂ ਦੇ ਹਸਪੀਟਲ ਦੇ ਵਿੱਚ। ਸੋ ਗੱਲ ਇਹ ਹੈ ਕਿ ਜੋ ਵੀ ਆਪਣੀਆਂ ਸਟੇਟਮੈਂਟਸ ਦਿੰਦੇ ਆ, ਫਿਰ ਆਪਣੇ ਦੋਸਤ ਨੂੰ ਕਹਿ ਰਹੇ ਆ ਉਹਦੇ ਵਿੱਚ ਕਿ ਮੇਰੇ ਤੇ ਕੋਈ ਦਬਾਅ ਨਹੀਂ ਬਣਿਆ, ਮੈਨੂੰ ਕਿਸੇ ਦੇ ਮੈਂ ਆਪਣੀ ਮਰਜ਼ੀ ਦੇ ਨਾਲ ਗਿਆ, ਆਪਣੀ ਘਰਵਾਲੀ ਦੀ ਸਲਾਹ ਦੇ ਨਾਲ ਗਿਆ, 2-3 ਜਾਣਿਆਂ ਨਾਲ ਸਲਾਹ ਕਰਕੇ ਗਿਆ, ਹੈ ਨਾ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ। 25 ਕਰੋੜ ਕੋਈ ਕਿਸੇ ਨੂੰ ਇੱਦਾਂ ਹੀ ਨਹੀਂ ਦੇ ਦਿੰਦਾ। 25 ਕਰੋੜ ਤਾਂ ਦਿੰਦਾ ਕਿ ਕੂੜ ਪ੍ਰਚਾਰ ਕਰੋ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਹਵਾ ਪੰਜਾਬ ਦੇ ਵਿੱਚ ਹੈਗੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੀ ਹੈ। ਇਸ ਕਰਕੇ ਉਹਨਾਂ ਨੇ ਪਿਛਲੀ ਵਾਰ ਵੀ ਇੱਦਾਂ ਦਾ ਬਹੁਤ ਕੂੜ ਪ੍ਰਚਾਰ ਕਾਂਗਰਸ ਤੇ ਅਕਾਲੀਆਂ ਨੇ ਕੀਤਾ ਸੀ, ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣਾ ਕੰਮ ਕਰ ਰਹੇ ਹਾਂ ਤੇ ਕਰ ਰਹੇ ਹਾਂ। ਲੱਗਦਾ ਮੈਡਮ ਜੀ ਵੀ ਇੱਥੇ ਮੋਗੇ ਤੋਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਝਾੜੂ ਦੀ ਚੜ੍ਹਤ ਹੋ ਰਹੀ ਹੈ, ਦਿਨੋਂ ਦਿਨ ਅਪ ਹੁੰਦਾ ਹੈ, ਤੁਹਾਨੂੰ ਲੱਗਦਾ ਵੀ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਹੋਰ ਵੀ ਰਚ ਆਲਰੇਡੀ ਦੇਖੋ ਇਹ ਆਡੀਓਜ਼ ਲੋਕੀ ਫਿਰੋਜ਼ਪੁਰ ਦੇ ਲੋਕਾਂ ਨੇ ਵਾਇਰਲ ਕਰਤੀਆਂ, ਉਹਨਾਂ ਦੀਆਂ ਪਿਕਚਰਸ ਵੀ ਆ ਗਈਆਂ ਨੇ ਮੀਟਿੰਗ ਕਰਦਿਆਂ ਦੀਆਂ। ਸੋ ਇਹ ਚੀਜ਼ਾਂ ਵੀ ਵਾਇਰਲ ਹੋ ਰਹੀਆਂ ਨੇ। ਸੋ ਇਸ ਤੋਂ ਸਾਫ਼ ਪਤਾ ਚੱਲ ਰਿਹਾ ਉਹ ਪਾਰਟੀ ਦੇ ਉਹਦੇ ਵਿੱਚ ਕਹਿ ਰਹੇ ਆ, ਪ੍ਰੈਸ ਕਾਨਫਰੰਸ 'ਚ ਗਾਲੀ ਗਲੋਚ ਵੀ ਕਰ ਰਹੇ ਆ, ਰੋਡ ਡਰਾਮਾ ਵੀ ਕਰ ਰਹੇ ਆ, ਸੌਂ ਵੀ ਖਾ ਰਹੇ ਆਪਣੀ ਬੇਟੀਆਂ ਦੀ, ਹੈ ਨਾ। ਸੋ ਪਹਿਲਾਂ ਉਹੀ ਬੰਦਾ ਕਹਿ ਰਿਹਾ ਸੀਗਾ ਕਿ ਕੁਛ ਇੱਦਾਂ ਦਾ ਹੈ ਨਹੀਂਗਾ, ਤੇ ਹੁਣ ਕਹਿ ਰਹੇ ਆ ਕਿ ਮੇਰੇ ਤੋਂ ਪੋਸਟਰ ਲਗਵਾਉਂਦੇ ਸੀ, ਮੇਰੇ ਤੋਂ ਫਲਾਨਾ ਹੁੰਦਾ ਸੀਗਾ। ਸੋ ਜਦੋਂ ਤੁਸੀਂ ਕੋਈ ਰਾਜਨੀਤੀ ਦੇ ਵਿੱਚ ਆਉਂਦੇ ਹੋ, ਤੁਹਾਨੂੰ ਪੋਸਟਰ ਵੀ ਖੁਦ ਹੀ ਲਗਵਾਉਣੇ ਪੈਂਦੇ ਆ, ਤੁਹਾਨੂੰ ਬੈਨਰਸ ਵੀ ਲਗਵਾਉਣੇ ਪੈਂਦੇ ਆ, ਕੋਈ ਰੈਲੀ ਆ ਉਹ ਵੀ ਤੁਹਾਨੂੰ ਅਰੇਂਜ ਕਰਨੀ ਪੈਂਦੀ ਹੈ। ਸੋ ਸਾਰੀਆਂ ਚੀਜ਼ਾਂ ਤੇ ਪੈਸੇ ਤਾਂ ਲੱਗਦੇ ਹੀ ਆ ਨਾ। ਮੈਡਮ ਸੱਚ ਤੁਹਾਡੇ ਤੇ ਵੀ ਸੱਚ ਦੱਸਿਓ ਵੀ ਕੋਈ ਦਬਾਅ ਬਣਾਇਆ ਵੀ ਤੁਸੀਂ ਇੰਨੇ ਪੋਸਟਰਸ ਪਵਾਓ ਜਾਂ ਪਾਰਟੀ ਫੰਡ ਭੇਜੋ, ਕਿਉਂਕਿ
ਕਿਤੇ ਤੁਹਾਨੂੰ ਕਿਹਾ ਹੋਵੇ? ਨਹੀਂ ਸਰ, ਇਦਾਂ ਦੀ ਕੋਈ ਗੱਲ ਨਹੀਂ ਗੀ। ਇਦਾਂ ਦਾ ਕੋਈ, ਦੇਖੋ ਮੈਂ ਤੁਹਾਨੂੰ ਕਹਾਂ ਦਬਾਓ 'ਚ ਆ ਕੇ ਅਗਰ ਤੁਸੀਂ ਕਰਦੇ ਹੋ ਤਾਂ ਸਹੀ ਨਹੀਂ ਹੁੰਦਾ। ਅਗਰ ਉਹ ਜਿਸ ਤਰ੍ਹਾਂ ਵੀ ਉਹਨਾਂ ਨੇ ਡਰਾਮੇ ਰਚੇ ਆ, ਜੋ ਵੀ ਡਰਾਮੇ ਉਹਨਾਂ ਨੇ ਕੀਤੇ ਆ, ਜਦੋਂ ਤੁਹਾਡੇ ਤੇ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਦਬਾ ਸਕਦਾ ਜਦੋਂ ਤੱਕ ਤੁਸੀਂ ਖੁਦ ਨਾ ਹੋਵੋ। ਕੋਈ ਮੈਂ ਤੁਹਾਨੂੰ ਕਹਿਦਾ ਕਿ ਤੁਸੀਂ 10 ਲੱਖ ਦਿਓ, 20 ਲੱਖ ਦਿਓ, 30 ਲੱਖ ਦਿਓ, ਤੁਸੀਂ ਮੈਨੂੰ ਕਿਉਂ ਦਿਓਗੇ? ਬਿਲਕੁਲ। ਸੋ ਇਹ ਗੱਲਾਂ ਉਹਨਾਂ ਨੂੰ ਪਹਿਲਾਂ ਕਰਨੀਆਂ ਚਾਹੀਦੀਆਂ ਸੀਗੀਆਂ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮਾਣ ਬਖਸ਼ਿਆ ਸੀਗਾ, ਆਮ ਆਦਮੀ ਪਾਰਟੀ ਨੇ ਸਤਿਕਾਰ ਦਿੱਤਾ ਸੀ ਉਹਨਾਂ ਨੂੰ। ਪਹਿਲਾਂ ਉਹ ਆਪਣੇ ਨਾਮ ਦੇ ਨਾਲ ਡਾਕਟਰ ਲਗਾਉਂਦੇ ਸੀ, ਫਿਰ ਉਹ ਵੀ ਕਟਵਾਤਾ ਡਾਕਟਰ, ਕਿਉਂਕਿ ਡਾਕਟਰ ਹੈ ਨਹੀਂ, ਝੂਠ ਮੂਠ ਦੇ ਵਿੱਚ ਡਾਕਟਰ ਬਣੇ ਹੋਏ ਸੀਗੇ। ਫਿਰ ਉਹ ਉੱਥੇ ਨਾਮ ਸੀਗਾ ਆਸ਼ੂ ਬਾਂਗੜ, ਨਾਮ ਚੇਂਜ ਕੀਤਾ, ਅਮਰਦੀਪ ਰੱਖਿਆ, ਠੀਕ ਹੈ। ਉਸ ਤੋਂ ਬਾਅਦ ਫਿਰੋਜ਼ਪੁਰ ਹਲਕੇ ਦੇ ਹੈ ਨਹੀਂ ਸੀਗੇ, ਮੋਗੇ ਤੋਂ ਰੋਜ਼ ਜਾ ਕੇ ਉੱਥੇ ਪ੍ਰਚਾਰ ਕਰਦੇ ਸੀਗੇ। ਤੇ ਫਿਰ ਇਹ ਉਹ ਹਸਪੀਟਲ ਕਿਹੋ ਜਿਹੇ 'ਚ ਹੈਗੇ ਆ, ਉਹਨਾਂ ਦੀ ਰੈਪੂਟੇਸ਼ਨ ਕਿੱਦੀ ਆ ਉਹ ਵੀ ਸਭ ਨੂੰ ਪਤਾ ਹੈ ਕਿ ਕਿੱਦਾਂ ਦੀ ਰੈਪੂਟੇਸ਼ਨ ਆ। ਰੋਜ਼ ਉੱਥੇ ਲੋਕਾਂ ਦੀ ਜਾਨ ਜਾਂਦੀ ਹੈ, ਧਰਨੇ ਲੱਗਦੇ ਆ। ਕੱਲ੍ਹ ਵੀ ਉਹਨਾਂ ਦੇ ਹਸਪੀਟਲ 'ਚ ਇੱਕ ਡੈਥ ਹੋਈ ਹੈ, ਉਹ ਵੀ ਧਰਨਾ 'ਤੇ ਬੈਠੇ ਸੀਗੇ ਲੋਕੀ, ਪਰਚਾ ਵੀ ਹੋਇਆ ਉਹਨਾਂ 'ਤੇ। ਸੋ ਇਹੋ ਜਿਹੇ ਜਿਹੜੇ ਕਰਪਟ ਬੰਦੇ ਆ ਨਾ, ਉਹ ਅਗਰ ਕਿਸੇ ਸ਼ਰੀਫ ਸਿੱਧੇ ਸਾਦੇ ਇਨਸਾਨ ਹਸਪਤਾਲ ਵਾਲਿਆਂ ਨੂੰ ਉਹ ਦੱਸ ਰਿਹਾ, ਕਹਿੰਦਾ ਵੀ ਬਹੁਤ ਇਮਾਨਦਾਰ, ਸ਼ਰੀਫ, ਨੇਕ ਇਨਸਾਨ ਆ ਉਹ ਤਾਂ ਫਿਰੋਜ਼ਪੁਰ ਦੇ ਲੋਕਾਂ ਨੂੰ ਤੇ ਮੋਗੇ ਦੇ ਬੱਚੇ ਨੂੰ ਪਤਾ ਕਿੰਨੇ ਕੁ ਸ਼ਰੀਫ ਨੇ ਉਹ। ਸੋ ਅਗਰ ਮੈਂ ਉਹਨਾਂ ਦੇ ਸਕੈਂਡਲਾਂ ਦੀ ਗੱਲ ਕਰਨ ਲੱਗ ਜਾਣਾ ਤਾਂ ਆਈ ਥਿੰਕ ਮੈਨੂੰ ਸ਼ਾਮ ਹੋ ਜਾਏਗੀ, ਜਿੰਨੀਆਂ ਸਜ਼ਾਵਾਂ ਉਹ ਭੋਗ ਚੁੱਕੇ ਆ ਜਾਂ ਜਿੰਨੇ ਸਕੈਂਡਲ ਉਹਨਾਂ ਦੇ ਹੋ ਚੁੱਕੇ ਆ ਉੱਥੇ। ਇਹ ਆਡੀਓ ਤੇ ਵੀਡੀਓ ਆਉਣ ਤੋਂ ਬਾਅਦ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ, ਲੋਕਾਂ ਨੇ ਕੀ ਕਿਹਾ ਤੁਹਾਨੂੰ? ਹਲਕੇ ਦਿਆਂ ਨੇ, ਨਾਲ ਦੇ ਵੋਟਰਾਂ ਨੇ ਕੀ ਕਿਹਾ ਤੁਹਾਨੂੰ? ਪੂਰਾ ਸਹਿਯੋਗ ਦੇ ਰਹੇ ਲੋਕੀ, ਤੁਸੀਂ ਉਹਨਾਂ ਦੀ ਖੋਲ ਕੇ ਦੇਖੋ, ਲੋਕੀ ਉਹਨਾਂ ਨੂੰ ਗਾਲਾਂ ਕੱਢ ਰਹੇ ਆ। ਇੱਕ ਵਾਰ ਤੁਸੀਂ ਜਾ ਕੇ ਦੇਖੋ ਨੀਚੇ ਜੋ ਕਮੈਂਟ ਆ ਰਹੇ ਆ ਨਾ, ਲੋਕੀ ਉਹਨਾਂ ਨੂੰ ਗਾਲਾਂ ਕੱਢ ਰਹੇ ਆ, ਕਿਉਂਕਿ ਸਾਰੇ ਲੋਕਾਂ ਨੂੰ ਪਤਾ ਹੈ ਉਹਨਾਂ ਦਾ। ਸੋ ਫਿਰੋਜ਼ਪੁਰ ਅਸੀਂ ਗਏ ਸੀਗੇ ਇੱਕ ਦਿਨ, ਫਿਰੋਜ਼ਪੁਰ ਇੱਕ ਮੀਟਿੰਗ ਸੀਗੀ ਉੱਥੇ। ਉਦੋਂ ਵੀ ਲੋਕੀ ਦੱਸ ਰਹੇ ਸੀਗੇ ਕਿ ਹਜੇ ਬਣੇ ਹੈ ਨਹੀਂ, ਤੇ ਪਹਿਲਾਂ ਹੀ ਰੇਤੇ ਦੀਆਂ ਖੱਡਾਂ ਤੇ ਬਿਠਾ ਰਹੇ ਸੀ ਉਹ ਲੋਕਾਂ ਨੂੰ ਕਿ ਤੁਹਾਨੂੰ ਬਾਬੇ ਤੈਨੂੰ ਇਹ ਰੇਤ ਦੀ ਖੱਡ ਤੇ ਬਿਠਾ ਦੇਣਾ, ਤੈਨੂੰ ਇਹ ਰੇਤ ਦੀ ਖੱਡ ਤੇ ਬਿਠਾ ਦੇਣਾ। ਸੋ ਇਹੋ ਜਿਹੇ ਯੂਜ਼ਲੈਸ ਲੋਕਾਂ ਦੀ ਤਾਂ ਮੈਂ ਬਿਲਕੁਲ ਵੀ ਅਕਾਲੀ ਦਲ ਦੇ ਸੰਘੇ ਵਾਂਗੂ, ਜਿਵੇਂ ਅਕਾਲੀ ਦਲ ਦਾ ਸੰਘਾ ਰੇਤੇ ਦੀਆਂ ਖੱਡਾਂ ਤੇ ਭਾਈ ਜਾਂਦੇ ਕੁੜੀਆਂ ਨੂੰ, ਉਵੇਂ ਬਿਠਾਉਂਦੇ ਸੀ ਜੀ ਇਹ ਵੀ ਲੋਕੀ ਉੱਥੇ ਕਹਿ ਰਹੇ ਸੀਗੇ। ਅੱਛਾ ਜੀ, ਹਾਂਜੀ ਠੀਕ ਹੈ। ਹੁਣ ਜੀ ਚਲੋ ਇਹ ਜ਼ਰੂਰੀ ਸੀ ਲੋਕਾਂ ਨੂੰ ਦੱਸਣਾ, ਕਿਉਂਕਿ ਦੋਸ਼ ਵੱਡੇ ਲੱਗ ਰਹੇ ਸੀ। ਜੇਕਰ ਤੁਹਾਡੇ ਕੋਲੇ ਮੌਕਾ ਆਉਂਦਾ ਹੈ, ਪਹਿਲਾਂ ਕੀ ਤੁਹਾਨੂੰ ਲੱਗਦਾ ਵੀ ਮੋਗੇ ਨੂੰ ਦੇਣ ਦੀ ਲੋੜ ਆ, ਪੇਂਡੂ ਖੇਤਰ ਨੂੰ, ਸ਼ਹਿਰੀ ਖੇਤਰ ਨੂੰ? ਕਿਹੜੀਆਂ ਮਨ ਦੇ ਵਿੱਚ ਕੀ ਆ ਤੁਹਾਡੇ, ਵੀ ਕੀ ਕਰੋਗੇ? ਸਰ ਸਭ ਤੋਂ ਪਹਿਲਾਂ ਤਾਂ ਦੇਖੋ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਜਿਹੜੇ ਆਪਣੇ ਅਸੀਂ ਜਿਹੜਾ ਸਾਡੀ ਆਮ ਆਦਮੀ ਪਾਰਟੀ ਦਾ ਮੇਨ ਸਾਡਾ ਹੈਗਾ ਮੋਟੋ ਹੈਗਾ, ਸਾਡੇ ਮੇਨ ਮੁੱਦੇ ਆ ਉਹ ਹੈਲਥ, ਐਜੂਕੇਸ਼ਨ ਤੇ ਰੋਜ਼ਗਾਰ ਤੇ ਹੈ। ਬਾਕੀ ਇਹਨਾਂ ਤੇ ਕੰਮ ਸਟਾਰਟ ਕੀਤਾ ਜਾਏਗਾ। ਸਾਡੇ ਮੋਗਾ ਦੇ ਲੋਕਲ ਇਸ਼ੂਜ਼ ਬਹੁਤ ਹੈ, ਹਰ ਵਾਰਡ ਦੀਆਂ ਅਲੱਗ-ਅਲੱਗ ਪ੍ਰੋਬਲਮਸ ਹੈ, ਹਰ ਪਿੰਡਾਂ ਦੀਆਂ ਅਲੱਗ-ਅਲੱਗ ਪ੍ਰੋਬਲਮਸ ਹੈ, ਤਾਂ ਉਹਨਾਂ ਸਾਰਿਆਂ ਤੇ ਵਰਕ ਕੀਤਾ ਜਾਏਗਾ। ਚਾਹੇ ਉਹ ਪਾਣੀ ਦੀ ਹੈ, ਸੀਵਰੇਜ ਦੀ ਹੈ, ਸਾਡੇ ਸਕੂਲਸ ਦੀ ਹੈ, ਹਸਪੀਟਲ ਦੀ ਹੈ। ਸਾਡੇ ਮੋਗੇ ਦਾ ਜਿਹੜਾ ਸਿਵਲ ਹਸਪੀਟਲ ਹੈ ਉਹ ਮੋਗਾ ਦੇ ਮੇਨ ਬਾਜ਼ਾਰ ਦੇ ਵਿੱਚ ਹੈ, ਬਹੁਤ ਕੰਜਸਟਡ ਏਰੀਆ ਤੇ ਟ੍ਰੈਫਿਕ ਬਹੁਤ ਹੋ ਜਾਂਦਾ, ਫਟ ਕ੍ਰਾਸ ਕਰਕੇ ਜਾਣਾ ਪੈਂਦਾ ਜਾਂ ਨੀਵੇਂ ਪੁਲ ਤੋਂ। ਸੋ ਮੇਨ ਜਿਹੜਾ ਸਾਡਾ ਸਿਵਲ ਹਸਪੀਟਲ ਆ ਆਊਟਰ ਸਾਈਡ ਤੇ ਸਾਡੇ ਮੇਨ ਜੀਟੀ ਰੋਡ ਤੇ ਲੈ ਕੇ ਆਇਆ ਜਾਏਗਾ ਤੇ ਉਹਨੂੰ ਬਹੁਤ ਅੱਛੀ ਤਰ੍ਹਾਂ ਬਣਾਇਆ ਜਾਏਗਾ। ਤੇ ਸਾਰੇ ਹੀ ਜਿੰਨੇ ਸਿਟੀ MRI ਜਿੰਨੇ ਟੈਸਟ ਹੈਗੇ ਆ ਜਾਂ ਸਰਜਰੀਜ਼ ਹੈਗੀਆਂ ਸਾਰੀਆਂ ਉੱਥੇ ਹੀ ਕੀਤੀਆਂ ਜਾਣਗੀਆਂ ਪੇਸ਼ੈਂਟ ਦੇ ਲਈ। 5 ਲੱਖ ਤੋਂ ਲੈ ਕੇ 50 ਲੱਖ ਦਾ ਇਲਾਜ ਸਾਰਾ ਮੁਫਤ ਕੀਤਾ ਜਾਏਗਾ। ਸੋ ਇਹ ਫੈਸਿਲਿਟੀਜ਼ ਅਸੀਂ ਲੋਕਾਂ ਨੂੰ ਦਵਾਂਗੇ, ਰੋਜ਼ਗਾਰ ਲੈ ਕੇ ਆਵਾਂਗੇ, ਇੰਡਸਟਰੀਜ਼ ਲੈ ਕੇ ਆਵਾਂਗੇ। ਤੇ ਮੈਂ ਪੂਰੀ ਮਤਲਬ ਆਪਣੇ ਮੋਗਾ ਨੂੰ ਟ੍ਰੇਡਿੰਗ ਹੱਬ ਬਣਾਵਾਂਗੀ, ਕਿਉਂਕਿ ਸਾਨੂੰ ਪਤਾ ਕਿ ਜਿਹੜਾ ਮੋਗਾ ਹੈਗਾ ਪੰਜਾਬ ਦੇ ਸੈਂਟਰ 'ਚ ਪੈਂਦਾ। ਸੋ ਅਗਰ ਲੁਧਿਆਣਾ ਮੈਨੂਫੈਕਚਰਿੰਗ ਹੱਬ ਹੈ ਤਾਂ ਮੋਗਾ ਦੀ ਟ੍ਰੇਡਿੰਗ ਹੱਬ ਹੋਵੇ ਤਾਂ ਸਾਡੇ ਮੋਗਾ ਦੇ ਜ਼ਰੂਰ ਵਿਕਾਸ ਹੋਏਗਾ। ਸੋ ਇੱਦਾਂ ਦੀਆਂ ਸਕੀਮਾਂ ਲੈ ਕੇ ਆਵਾਂਗੇ ਮੋਗਾ ਦੇ ਵਿੱਚ। ਮੈਡਮ ਜੀ ਆਖਰੀ ਸਵਾਲ ਆ ਜਿਹੜਾ ਆਮ ਸਾਰੀ ਜਨਤਾ ਕਰਦੀ ਹੈ, ਲੋਕ ਕਰਦੇ ਨੇ, ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖਦੇ ਹੋ, ਉਹ ਕਹਿੰਦੇ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਲੈ ਲਈਆਂ ਵੀ ਅਸੀਂ ਆਹ ਦੇਵਾਂਗੇ, ਗਰੰਟੀਆਂ ਲੈ ਲਈਆਂ। ਉਹ ਕਹਿੰਦੇ ਜਿਹੜੇ ਇਹਨਾਂ ਦੇ ਵਿਧਾਇਕ ਆ ਜੇ ਹਾਰ ਜਾਣ ਤਾਂ ਵੀ ਭੱਜ ਜਾਂਦੇ ਆ, ਜਿੱਤ ਜਾਣ ਤਾਂ ਵੀ ਭੱਜ ਜਾਂਦੇ ਆ। ਲੋਕੀ ਹੁਣ ਕਲਿੱਪਾਂ ਸਾਂਭ ਕੇ ਰੱਖ ਲੈਂਦੇ, ਇੰਨੇ ਬੰਦੇ ਖੜੇ ਆ, ਲੋਕਾਂ ਨੇ ਕਲਿੱਪ ਕੱਟ ਲੈਣੀ ਆ ਫਿਰ ਬਾਅਦ ਦੇ ਵਿੱਚ। ਤੁਸੀਂ ਦੱਸੋ, ਤੁਸੀਂ ਤਾਂ ਨਹੀਂ ਉਹਨਾਂ ਵਾਂਗੂ ਕਰਦੇ ਬਾਅਦ 'ਚ? ਮੈਂ ਸਰ 2014 'ਚ ਪਾਰਟੀ ਦੇ ਨਾਲ ਜੁੜੀ ਸੀ। 2015 ਦੇ ਵਿੱਚ ਮੈਨੂੰ ਅਹੁਦਾ ਮਿਲਿਆ ਸੀ, ਓਬਜ਼ਰਵਰ ਲਗਾਇਆ ਗਿਆ ਸੀ ਖਡੂਰ ਸਾਹਿਬ ਦਾ।
ਉਸ ਤੋਂ ਬਾਅਦ ਮੈਂ ਬਠਿੰਡਾ 'ਚ ਕੈਂਪੇਨ ਕੀਤੀ, ਫਿਰ ਮੈਂ ਮੋਗਾ ਦੇ ਵਿੱਚ ਐਡਵੋਕੇਟ ਰਮੇਸ਼ ਗਰੋਵਰ ਜੀ ਦੀ ਸਾਰੀ ਕੈਂਪੇਨ ਕਰਵਾਈ ਉਹਨਾਂ ਦੇ ਨਾਲ। ਤੇ 2016 ਦੇ ਵਿੱਚ ਵੀ ਜਦੋਂ ਉਥਲ-ਪੁਥਲ ਹੋ ਰਹੀ ਸੀ, ਮੈਨੂੰ ਵੀ ਬਹੁਤ ਵੱਡੇ ਆਫਰ ਆਏ ਸੀਗੇ ਤੇ ਹੁਣ ਵੀ ਮੈਨੂੰ ਆਫਰ ਆਏ ਸੀਗੇ ਕਿ ਤੁਸੀਂ ਛੱਡ ਕੇ ਪਾਰਟੀ ਇੱਧਰ ਆ ਜਾਓ, ਬਟ ਮੈਂ ਵਿਕਣ ਵਾਲੇ ਲੋਕਾਂ ਦੇ ਵਿੱਚੋਂ ਹੈ ਨਹੀਂ ਗੀ। ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ, ਪਰਮਾਤਮਾ ਨੇ ਬਹੁਤ ਕੁਝ ਦਿੱਤਾ। ਤੇ 2017 ਦੇ ਵਿੱਚ ਵੀ ਆਫਰ ਆਈ ਸੀਗੀ ਕਿ ਤੁਹਾਨੂੰ ਚੇਅਰਮੈਨ ਹੀ ਦੇ ਦਿੰਦੇ ਆ ਜਾਓ ਇੱਧਰ ਆ ਜਾਓ, ਬਟ ਪਾਰਟੀ ਦੇ ਨਾਲ ਖੜੇ ਆ ਤੇ ਹਮੇਸ਼ਾ ਖੜੀ ਰਹੂੰਗੀ। ਟਿਕਟ ਮਿਲਦੀ ਚਾਹੇ ਨਾ ਮਿਲਦੀ ਉਹ ਕੁਝ ਨਹੀਂ ਸੀਗਾ, ਬਟ ਆਮ ਆਦਮੀ ਪਾਰਟੀ ਦੇ ਨਾਲ ਮੈਂ ਕੋਈ ਟਿਕਟ ਦੇ ਨਾਲ ਲਈ ਨਹੀਂ ਸੀ ਜੁੜੀ, ਮੈਂ ਉਹਨਾਂ ਦੀ ਆਈਡੀਓਲੋਜੀ ਦੇਖ ਕੇ ਜੁੜੀ ਸੀਗੀ। ਮੈਂ ਉਹਨਾਂ ਦੇ ਵਿਕਾਸ ਜਿਹੜੇ ਦਿੱਲੀ 'ਚ ਉਹਨਾਂ ਨੇ ਕੀਤੇ ਆ, ਆਮ ਲੋਕਾਂ ਦੀ ਜਿੰਨੇ ਲੋਕੀ ਉੱਥੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ, ਲੋਕੀ ਜਿੰਨੇ ਖੁਸ਼ ਆ, ਉਹ ਚੀਜ਼ ਨੂੰ ਦੇਖ ਕੇ ਪਾਰਟੀ ਦੇ ਨਾਲ ਜੁੜੀ ਸੀਗੀ। ਸੋ ਦਰਸ਼ਕੋ, ਇਹ ਸਨ ਡਾਕਟਰ ਅਮਨਦੀਪ ਕੌਰ ਮੋਗਾ। ਜੇ ਦੇਖਿਆ ਜਾਵੇ ਤੁਹਾਨੂੰ 2-3 ਅਸੀਂ ਗੱਲਾਂ ਦੱਸਦੇ ਹਾਂ। ਇੱਕ ਤਾਂ ਜਦੋਂ ਵੀ ਅਸੀਂ ਇਹਨਾਂ ਨੂੰ ਕਾਲ ਕਰਦੇ ਹਾਂ ਆਪ ਚੱਕਦੇ ਆ, ਜਿਹੜੇ ਦੂਜੇ ਕਹਿੰਦੇ ਨੇ ਅਸੀਂ ਸਮਾਜ ਸੇਵੀ ਆ ਜਾਂ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੇ, ਉਹਨਾਂ ਦਾ ਨੰਬਰ ਸ਼ਾਇਦ ਹੀ ਪੇਂਡੂ ਖੇਤਰ ਦੇ ਵਿੱਚ ਕਿਸੇ ਕੋਲੇ ਹੋਵੇ, ਇਹਨਾਂ ਦਾ ਨੰਬਰ ਹਰ ਇੱਕ ਕੋਲੇ ਆ। ਦੂਜਾ, ਜੇ ਕਿਸਾਨ ਖੁਦਕੁਸ਼ੀ ਕਰਦਾ ਹੈ, ਕਰਜ਼ਈ ਹੁੰਦਾ ਤੇ ਦੋ ਗੱਲਾਂ ਕਰਕੇ ਹੁੰਦਾ। ਇੱਕ ਹੈ ਕਿ ਜਦੋਂ ਆਪਣੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਪੜ੍ਹਾਉਂਦਾ, ਹਰ ਇੱਕ ਮਾਪਿਆਂ ਦੀ ਇੱਛਾ ਹੁੰਦੀ ਕਿ ਸਾਡਾ ਬੱਚਾ ਪੜ੍ਹ ਕੇ ਕੋਈ ਵਧੀਆ ਅਫਸਰ ਬਣੇ ਜਾਂ ਬਾਹਰ ਜਾਵੇ, ਪਰ ਪੜ੍ਹਾਈ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਆਉਂਦਾ। ਦੂਜਾ ਇਹ ਸਿਹਤ, ਜੇ ਪਰਿਵਾਰ ਦੇ ਵਿੱਚ ਕੋਈ ਬਿਮਾਰ ਹੁੰਦਾ, ਕੋਈ ਰੋਗੀ ਹੋ ਜਾਂਦਾ, ਇੰਨੇ ਮਹਿੰਗੇ ਇਲਾਜ ਆ ਕਿ ਉਹਨੂੰ ਜ਼ਮੀਨ ਗਿਰਵੀ ਰੱਖਣੀ ਪੈਂਦੀ ਆ, ਵੇਚਣੀ ਪੈਂਦੀ ਆ, ਜਾਂ ਕਰਜ਼ਈ ਹੋ ਜਾਂਦਾ, ਵਿਆਜ ਇੰਨਾ ਪੈ ਜਾਂਦਾ, ਖੁਦਕੁਸ਼ੀ ਤੱਕ ਪਹੁੰਚ ਜਾਂਦਾ। ਸੋ ਇਹ ਕਹਿੰਦੇ ਅਸੀਂ ਉਹਨਾਂ ਦੇ ਉੱਤੇ ਕੰਮ ਕਰਾਂਗੇ। ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਨੇ, ਤੇ ਇਹ ਇੱਕ ਮੌਕਾ ਜਿਹੜਾ ਮੋਗੇ ਤੋਂ ਮੰਗ ਰਹੇ ਨੇ। ਤੇ ਜਦੋਂ ਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ, ਸਾਰੇ ਪੰਜਾਬ ਦੇ ਵਿੱਚ ਹੀ ਆਪ ਆ ਜਿਹੜੀ ਅੱਪ ਹੋਈ ਆ, ਇੱਥੇ ਵੀ ਫਸਵਾਂ ਮੁਕਾਬਲਾ ਹੈ। ਸੋ ਅੱਗੇ ਵੀ ਅਪਡੇਟ ਦੇਵਾਂਗੇ, ਪਿੰਡਾਂ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਲੋਕ ਕੀ ਕਹਿ ਰਹੇ ਨੇ। ਸੋ ਬਣੇ ਰਹੋ। ਕੈਮਰਾਮੈਨ ਕਾਲੇ ਦੇ ਨਾਲ ਚਮਕੌਰ ਲੋਪੋ, ਮੋਗਾ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ।